दिन आवे सो दिन जाही, करना कूच रहन थिर नाही। संग चलत है हम भी चलना, दूर गवन सिर ऊपर मरना। क्या तू सोया जाग आना, तैं जीवन जग सच कर जाना। जिन जियो दिया सो रिजक अंबर आवै, सब घट भीतर हाट चलावै। कर बंदगी छाड़ मैं मेरा, हिरदय राम संभार सवेरा। जन्म सिरानो पंथ ना सवारा, सांझ परी दह दिस अंधियारा। कह रविदास निदान दीवाने, चेतस नाही दुनिया फन खाने। चेतस नाही दुनिया फन खाने। वाहिगुरु जी का खालसा, वाहिगुरु जी की फतेह। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਸੱਜੇ ਹੋਏ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋਏ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਅੱਜ ਬਾਬਾ ਹਰਭਜਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਚੱਲਦੇ ਹੋਏ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਦਮਦਮੀ ਟਕਸਾਲ ਦੇ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਕੁਲਬੀਰ ਸਿੰਘ ਜੀ ਹੁਣਾਂ ਦੇ ਜਥੇ ਪਾਸੋਂ ਆਪਾਂ ਕੀਰਤਨ ਸਰਵਣ ਕੀਤਾ ਹੈ ਤੇ ਇਸ ਤੋਂ ਉਪਰੰਤ ਦਮਦਮੀ ਟਕਸਾਲ ਦੇ ਸਤਿਕਾਰਯੋਗ ਗਿਆਨੀ ਜੀ ਗਿਆਨੀ ਜੋਬਨਜੀਤ ਸਿੰਘ ਜੀ ਹੁਣਾਂ ਨੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਹੈ। ਬਹੁਤ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਸੰਗਤ ਦੇ ਵਿੱਚ ਪਹੁੰਚੀਆਂ ਨੇ। ਆਪ ਸਾਰੇ ਸਮਾਂ ਕੱਢ ਕੇ ਨਗਰ ਨਿਵਾਸੀ ਰਿਸ਼ਤੇਦਾਰ ਸੱਜਣ ਦੋਸਤ ਭਾਈਚਾਰਾ ਸਾਰੇ ਬਾਬਾ ਹਰਭਜਨ ਸਿੰਘ ਜੀ ਨੂੰ ਯਾਦ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬਿਰਾਜਮਾਨ ਹੋ। ਜੋ ਪ੍ਰਾਣੀ ਸੰਸਾਰ ਤੋਂ ਚਲਿਆ ਜਾਂਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਂਦਾ, ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ। ਜਿਹੜਾ ਕਥਾ ਕੀਰਤਨ ਸਮਾਗਮ ਚੱਲ ਰਿਹਾ ਹੁੰਦਾ ਇਹਦਾ ਲਾਹਾ ਆਪਾਂ ਲੈਣਾ ਹੁੰਦਾ ਹੈ। ਜੋ ਮਹਾਰਾਜ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਗਿਆਨ ਹੈ, ਇਹਨਾਂ ਨੂੰ ਸੁਣ ਕੇ ਪਿੱਛੇ ਜਿਹੜੀ ਦੁਨੀਆ ਅਜੇ ਜ਼ਿੰਦਗੀ ਜਿਉ ਰਹੀ ਹੈ ਉਹਨਾਂ ਨੇ ਮੌਕਾ ਸੰਭਾਲਣਾ ਹੁੰਦਾ ਹੈ ਕਿ ਕੀ ਪਤਾ ਸਾਡੇ ਕੋਲ ਕਿੰਨੇ ਕੁ ਦਿਨ ਨੇ, ਕਿੰਨੇ ਮਹੀਨੇ ਨੇ, ਕਿਤਨੇ ਸਾਲ ਨੇ, ਤੇ ਅਸੀਂ ਵੀ ਇਹ ਜਨਮ ਜਿਹੜਾ ਹੈ ਇਹਨੂੰ ਸਫਲਾ ਕਰਨ ਦਾ ਉਪਰਾਲਾ ਕਰੀਏ। ਕਿਰਤ ਵਿਰਤ ਕਰਦਿਆਂ ਬਾਬਾ ਹਰਭਜਨ ਸਿੰਘ ਬਾਬਾ ਅਵਤਾਰ ਸਿੰਘ ਹੁਣਾਂ ਨੇ ਜਿਵੇਂ ਆਪਣਾ ਨੇਮ ਰੱਖਿਆ ਕਿ ਜੇ ਦਮਦਮੀ ਟਕਸਾਲ ਦਾ ਕੇਂਦਰ ਸਾਡੇ ਪਿੰਡ ਵਿੱਚ ਬਣਿਆ ਤੇ ਫਿਰ ਇਹਦਾ ਲਾਹਾ ਖੱਟ ਲਈਏ। ਉਹਨਾਂ ਨੇ ਪੂਰਾ ਲਾਹਾ ਖੱਟਿਆ ਤੇ ਪੂਰਾ ਆਨੰਦ ਲਿਆ। ਦਾਸ 91 ਸਨ ਤੋਂ 97 ਸਨ ਤੱਕ ਦਮਦਮੀ ਟਕਸਾਲ ਵਿੱਚ ਬਾਬਾ ਠਾਕੁਰ ਸਿੰਘ ਜੀ ਦੇ ਵੇਲੇ ਵਿੱਦਿਆ ਸਿੱਖੀ ਸੀ ਤੇ ਉਦੋਂ ਵੀ ਇਹਨਾਂ ਦੋਵਾਂ ਭਰਾਵਾਂ ਦੇ ਐਦਾਂ ਹੀ ਦਰਸ਼ਨ ਕਰਦੇ ਰਹੇ। ਇਹਨਾਂ ਗੁਰਮੁਖਾਂ ਨੇ ਜਾਣਾ, ਸਵੇਰ ਦੀ ਕਥਾ ਵੀ ਸੁਣਨੀ ਤੇ ਸ਼ਾਮ ਦੀ ਕਥਾ ਵੀ ਸੁਣਨੀ। ਤੇ ਬਾਅਦ ਵਿੱਚ ਬੜੇ ਸਮੇਂ ਲੰਘ ਗਏ, ਕਈ ਸਾਲ ਹੋ ਗਏ ਨੇ, ਤੇ ਜਦ ਵੀ ਇੱਥੇ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਤੇ ਕੋਈ ਸਮਾਗਮ ਹੋਣਾ ਉਦੋਂ ਆਉਣਾ, ਕਿਉਂਕਿ ਅਸੀਂ ਤਾਂ ਰੋਜ਼ਾਨਾ ਨਹੀਂ ਸੀ ਦੁਬਾਰਾ ਆ ਸਕਦੇ। ਇਹਨਾਂ ਦੇ ਉੱਥੇ ਫੇਰ ਦਰਸ਼ਨ ਹੋਣੇ, ਮਿਲਣਾ, ਸੁਖ ਆਨੰਦ ਪੁੱਛਣੀ, ਬੜੇ ਪਿਆਰ ਦੇ ਨਾਲ ਹੱਸੂ ਹੱਸੂ ਕਰਦਿਆਂ ਇਹਨਾਂ ਗੁਰਮੁਖਾਂ ਨੇ ਸਾਨੂੰ ਮਿਲਣਾ। ਜੀਵਨ ਸਫਲਾ ਕੀਤਾ ਕਥਾ ਤੇ ਕੀਰਤਨ ਸਰਵਣ ਕਰਕੇ। ਬਾਬਾ ਠਾਕੁਰ ਸਿੰਘ ਸਾਹਿਬ ਜੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਸਿੰਘ ਜੇ ਜਥੇ 'ਚ ਰਹਿ ਕੇ ਵੀ ਉਹ ਕਿਸੇ ਕਾਰਨ ਕਰਕੇ ਸੇਵਾ ਨਾ ਵੀ ਕਰ ਸਕੇ ਤੇ ਸਵੇਰ ਤੇ ਸ਼ਾਮ ਦਾ ਦੀਵਾਨ ਜਿਹੜਾ ਹੈ ਉਹਦੇ 'ਚ ਹਾਜ਼ਰੀ ਭਰੇ ਤੇ ਕਥਾ ਤੇ ਕੀਰਤਨ ਸੁਣ ਲਵੇ ਤੇ ਉਹ ਇੱਥੋਂ ਗੱਫਾ ਪਾਣੀ ਛਕਣ ਦਾ ਵੀ ਅਧਿਕਾਰੀ ਹੈ
ਬਸਤਰ ਪ੍ਰਾਪਤ ਕਰਨ ਦਾ ਵੀ ਅਧਿਕਾਰੀ ਹੈ ਤੇ ਨਾਲ ਨਾਲ ਉਹਦਾ ਜਨਮ ਵੀ ਸਫਲਾ ਹੋ ਜਾਏਗਾ, ਕਿਉਂਕਿ ਗੁਰਮੁਖਾਂ ਸੰਗਤਾਂ ਦੇ ਦਰਸ਼ਨ ਅਤੇ ਰੱਬੀ ਬਾਣੀ ਦਾ ਕੀਰਤਨ ਅਤੇ ਕਥਾ, ਇਹ ਕਲਯੁਗ ਦੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਇਹ ਪ੍ਰੇਮਾ ਭਗਤੀ ਹੈ। ਪ੍ਰੇਮਾ ਭਗਤੀ ਜਿਹਦੇ ਬਾਰੇ ਕਬੀਰ ਸਾਹਿਬ ਜੀ ਬੜੇ ਸਾਲ ਪਹਿਲਾਂ ਹੀ ਕਹਿ ਗਏ ਨੇ। ਉਹ ਕਹਿੰਦੇ ਨੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ। ਉਹ ਬੰਦੇ ਸ਼ੁੱਧ ਹੋ ਗਏ। ਖਾਲਸੇ ਦਾ ਅਰਥ ਹੈ ਸ਼ੁੱਧ ਜੀਵਨ ਵਾਲਾ। ਜੋ ਅਰਥ ਕਬੀਰ ਸਾਹਿਬ ਨੇ ਪਹਿਲਾਂ ਇੰਨੇ 100 ਸਾਲ ਪਹਿਲਾਂ ਉਚਾਰਿਆ, ਫਿਰ ਕਲਗੀਧਰ ਪਿਤਾ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਜਿਹੜੀ ਹੈ ਕੌਮ, ਖਾਲਸਾ ਫੌਜ ਪੈਦਾ ਕੀਤੀ। ਕਬੀਰ ਸਾਹਿਬ ਪਹਿਲਾਂ ਹੀ ਕਹਿ ਗਏ, ਕਹਿੰਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ। ਪ੍ਰੇਮਾ ਭਗਤੀ ਦਾ ਭਾਵ ਹੈ ਵੀ ਜਦੋਂ ਭਗਤੀ ਕਰਨੀ ਹੈ ਉਦੋਂ ਇਹ ਨਹੀਂ ਕਿ ਸਰੀਰ ਕਿਸੇ ਕਸ਼ਟ ਵਿੱਚ ਦੀ ਗੁਜ਼ਰੇ, ਸਰੀਰ ਜਿਹੜਾ ਹੈ ਉਹ ਤੱਤੇ ਥਾਂ ਤੇ ਬੈਠੇ, ਸਰੀਰ ਜਲ ਧਾਰਾ ਕਰੇ। ਨਹੀਂ, ਇਹ ਭਗਤੀ ਲਹਿਰ ਜਦੋਂ ਚੱਲੀ, ਜਿਨ੍ਹਾਂ 15 ਭਗਤਾਂ ਦੀਆਂ ਵਿਚਾਰਾਂ ਆਪਸ ਵਿੱਚ ਰਲ ਗਈਆਂ, ਇਹ ਭਗਤੀ ਲਹਿਰ ਚੱਲੀ। ਸੱਚਖੰਡ ਤੋਂ ਐਸੇ ਭਗਤ ਭੇਜੇ ਪਰਮੇਸ਼ਰ ਨੇ ਜਿਨ੍ਹਾਂ ਦੀ ਆਪਸ ਵਿੱਚ ਉਪਦੇਸ਼ ਤੇ ਸੋਚ ਜਿਹੜੀ ਉਹ ਰਲ ਗਈ। ਉਹਨਾਂ ਸਾਰਿਆਂ ਦੀ ਬਾਣੀ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਇਕੱਠੀ ਕੀਤੀ ਤੇ 5ਵੇਂ ਜਾਮੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜਾਈ। ਇਹ ਪ੍ਰੇਮਾ ਭਗਤੀ ਉਹ ਚੀਜ਼ ਹੈ ਕਿ ਜਦੋਂ ਭਗਤੀ ਕਰ ਰਹੇ ਆ ਉਦੋਂ ਪ੍ਰੇਮ ਦੀ ਡਿਗਰੀ ਤੇਜ਼ ਹੋਈ ਹੋਵੇ। ਪ੍ਰੇਮ ਦੀ ਡਿਗਰੀ ਆਪਣੇ ਗੁਰੂ ਦੇ ਨਾਲ, ਆਪਣੇ ਗੁਰੂ ਦੇ ਨਾਲ ਪ੍ਰੇਮ ਦੀ ਡਿਗਰੀ ਫਿਰ ਤਾਂ ਤੇਜ਼ ਹੁੰਦੀ ਹੈ ਭਈ ਜਿਹੜਾ ਤੇ ਗੁਰਮੁਖ ਪ੍ਰੇਮੀ ਆਪ ਪਾਠ ਕਰਦਾ ਹੈ, ਨਿਤਨੇਮ ਕਰਦਾ ਹੈ, ਜਾਂ ਅਖੰਡ ਪਾਠੀ ਹੈ, ਸਹਿਜ ਪਾਠ ਕਰ ਲੈਂਦਾ ਹੈ, ਉਹ ਤਾਂ ਕੀਰਤਨ ਸੁਣਦਿਆਂ ਵੀ ਸ਼ਬਦਾਂ ਨੂੰ ਸਮਝ ਲਏਗਾ ਤੇ ਉਹਦੇ ਅਰਥਾਂ ਨੂੰ ਸਮਝੇਗਾ। ਉਹਦੇ ਅੰਦਰ ਦਾ ਪ੍ਰੇਮ ਤਾਂ ਇਸ ਤਰ੍ਹਾਂ ਵੀ ਤੇਜ਼ ਹੋ ਸਕਦਾ ਹੈ। ਪਰ ਕੁਝ ਜਿਹੜੇ ਨਵੇਂ ਵਿਦਿਆਰਥੀਆਂ ਦੀ ਤਰ੍ਹਾਂ ਨਵੇਂ ਗੁਰਮੁਖ ਸੰਗਤ ਵਿੱਚ ਜੁੜਦੇ ਹੈ, ਉਹ ਫਿਰ ਜਦੋਂ 1 ਘੰਟਾ ਨਾਲ ਕਥਾ ਦਾ ਪ੍ਰਵਾਹ ਚੱਲਣਾ ਹੈ ਤੇ ਕਥਾਵਾਚਕ ਨੇ ਸਮਝਾਉਣੇ ਨੇ ਅਰਥ, ਤੇ ਸਾਖੀਆਂ ਸੁਣ ਕੇ, ਇਤਿਹਾਸ ਸੁਣ ਕੇ, ਅਰਥ ਸੁਣ ਕੇ, ਤੇ ਫਿਰ ਗੁਰੂ ਨਾਲ ਪ੍ਰੇਮ ਬਣ ਜਾਣਾ। ਪ੍ਰੇਮ ਭਗਤੀ ਜਿਹੜੀ ਹੈ ਉੱਦਾਂ ਹੁਣ ਆਪਾਂ ਨੂੰ ਜਾਚ ਹੀ ਨਹੀਂ ਆ ਸਕਦੀ, ਕਿੱਥੋਂ ਸਿੱਖਣੀ ਹੈ ਕਿ ਭਗਤੀ ਕਿਵੇਂ ਕਰੀਦੀ ਹੈ। ਤੇ ਫਿਰ ਇਹ ਸੰਤਾਂ ਸਾਧੂਆਂ ਨੇ ਤੇ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਨੇ ਇਸ ਸੰਸਾਰ ਨੂੰ ਦੱਸਿਆ ਕਿ ਭਾਈ ਇਹ ਹੁਣ ਜਿਹੜਾ ਪੰਥ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੱਲਿਆ, ਇਹਦੇ ਵਿੱਚ ਜ਼ਿਆਦਾ ਤੰਗ ਹੋਣ ਦੀ ਵੀ ਲੋੜ ਨਹੀਂ। ਕੋਈ ਤੱਤੇ ਪਾਣੀ ਔਰ ਤੱਤੇ ਧੂਏ ਤੇ ਠੰਡੇ ਪਾਣੀਆਂ ਦੇ ਜਲ ਧਾਰੇ ਕਰਨ ਦੀ ਲੋੜ ਨਹੀਂ। ਇਹਦੇ ਵਿੱਚ ਤਾਂ ਤੁਸੀਂ ਕਥਾ ਤੇ ਕੀਰਤਨ ਸੁਣੋ, ਤੇ ਲੇਕਿਨ ਪ੍ਰੇਮ ਦੇ ਨਾਲ ਸੁਣੋ। ਤੇ ਜੇ ਪ੍ਰੇਮ ਨਾਲ ਸੁਣਾਂਗੇ ਤੇ ਉਹ ਬਣ ਜਾਏਗੀ ਪ੍ਰੇਮਾ ਭਗਤੀ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣ ਲਈ ਉਹ ਖਾਲਸੇ ਬਣ ਗਏ ਨੇ। ਤੇ ਬਾਬਾ ਅਵਤਾਰ ਸਿੰਘ, ਬਾਬਾ ਹਰਭਜਨ ਸਿੰਘ ਜੀ ਇਹ ਕਥਾ ਤੇ ਕੀਰਤਨ ਸੁਣਦੇ ਰਹੇ। ਦੋਨੇ ਵਕਤ ਆਪਣਾ ਜਨਮ ਸਫਲਾ ਕਰਕੇ ਸੰਸਾਰ ਤੋਂ ਗਏ ਨੇ। ਆਪਾਂ ਜਿਹੜੇ ਪਿੱਛੇ ਰਹਿ ਗਏ ਹਾਂ, ਸਾਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਵੀ ਸਾਵਧਾਨ ਹੋਵੋ। ਇਹ ਜਿਹੜੀ ਜ਼ਿੰਦਗੀ ਹੈ ਇਹ ਇਦਾਂ ਲੰਘ ਜਾਂਦੀ ਜਿਵੇਂ ਇੱਕ ਰੈਣ ਲੰਘ ਗਈ ਹੈ, ਇੱਕ ਰਾਤ ਲੰਘ ਗਈ ਹੈ ਤੇ 4 ਪਹਿਰ ਲੰਘ ਜਾਂਦੇ। ਤੇ ਪਾਤਸ਼ਾਹ ਜੀ ਕਹਿੰਦੇ ਆ, ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ, ਨਾਮ ਮਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ, ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਭਾਸ। ਗੁਰਬਾਣੀ ਦੇ ਇਸ ਸ਼ਬਦ ਤੋਂ ਇੱਕ ਅਨੋਖੀ ਗੱਲ ਦਾ ਪਤਾ ਲੱਗਦਾ। ਮਹਾਰਾਜ ਦੇ ਵਿੱਚ ਕਹਿੰਦੇ ਵੀ ਉਮਰ ਉਦੋਂ ਹੀ ਸ਼ੁਰੂ ਹੋ ਗਈ ਹੈ ਜਦੋਂ ਇਨਸਾਨ ਮਾਤਾ ਦੇ ਉਦਰ ਦੇ ਵਿੱਚ ਪਲਣਾ ਸ਼ੁਰੂ ਹੋ ਗਿਆ। ਉਦੋਂ ਹੀ ਜ਼ਿੰਦਗੀ ਦਾ ਪਹਿਲਾ ਪਹਿਰ ਜਿਹੜਾ ਹੈ ਉਹ ਰਾਤ ਦੇ ਪਹਿਲੇ ਪੈਰ ਦੀ ਤਰ੍ਹਾਂ ਲੰਘਣਾ ਸ਼ੁਰੂ ਹੋ ਗਿਆ ਹੈ। ਤੇ ਪਾਤਸ਼ਾਹ ਕਹਿੰਦੇ ਬੱਚਾ ਪੁੱਠਾ ਲਟਕਦਾ ਭਗਤੀ ਕਰਦਾ, ਰੱਬ ਅੱਗੇ ਅਰਦਾਸਾਂ ਕਰਦਾ ਹੈ, ਤੇ ਇੱਕ ਜਾਇਦਾਦ ਹੀ ਉਹਦੇ ਕੋਲ ਹੁੰਦੀ ਹੈ, ਜੈਸੀ ਕਲਮ ਵੁੜੀ ਹੈ ਮਸਤਕ, ਜਿਹੜੀ ਕਲਮ ਵਿਧਾਤਾ ਨੇ ਉਹਦੇ ਮਸਤਕ ਦੇ ਵਿੱਚ ਚਲਾ ਦਿੱਤੀ ਹੈ, ਜਿਹੜੇ ਲੇਖ ਲਿਖ ਦਿੱਤੇ ਹੈ। ਹੁਣ ਪਾਤਸ਼ਾਹ ਕਹਿੰਦੇ ਦੂਜਾ ਪਹਿਰ ਸ਼ੁਰੂ ਹੋਇਆ ਹੈ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਪਾਤਸ਼ਾਹ ਕਹਿੰਦੇ ਇੱਕ ਪਾਸੇ ਜਨਮ ਹੋਇਆ, ਖੁਸ਼ੀਆਂ ਮਿਲ ਰਹੀਆਂ, ਦੂਜੇ ਪਾਸੇ ਉਸ ਬੱਚੇ ਦਾ ਰੱਬ ਦੇ ਨਾਲੋਂ ਧਿਆਨ ਵਿਸਰ ਗਿਆ ਹੈ, ਰੱਬ ਨਾਲੋਂ ਧਿਆਨ ਟੁੱਟ ਗਿਆ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸਦਾ ਘਰ ਕਾਨ। ਮਾਰੇ ਕਹਿੰਦੇ ਯਸ਼ੋਦਾ ਮਾਤਾ ਦੇ ਘਰ ਜਿਵੇਂ ਕਾਨ ਕ੍ਰਿਸ਼ਨ ਦਾ ਚਾਅ ਕੀਤਾ ਜਾ ਰਿਹਾ। ਮਾਰੇ ਕਹਿੰਦੇ ਹਰੇਕ ਮਾਂ ਨੂੰ ਇੰਨਾ ਹੀ ਚਾਅ ਹੁੰਦਾ ਹੈ, ਹਰੇਕ ਘਰ ਵਿੱਚ ਬੱਚੇ ਦਾ ਇੰਨਾ ਹੀ ਚਾਅ ਹੁੰਦਾ ਹੈ।
ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉ ਜਸਦਾ ਘਰ ਕਾਨ। ਹੱਥੋਂ ਹੱਥ ਨਚਾਈਐ ਪ੍ਰਾਣੀ, ਮਾਤ ਕਹੈ ਸੁਤ ਮੇਰਾ। ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਿਛ ਤੇਰਾ। ਜਿਨ ਰਚ ਰਚਿਆ ਤਿਸਹਿ ਨ ਜਾਣੈ, ਮਨ ਭੀਤਰ ਧਰ ਗਿਆਨ। ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ, ਵਿਸਰ ਗਿਆ ਧਿਆਨ। ਪਾਤਸ਼ਾਹ ਕਹਿੰਦੇ ਜ਼ਿੰਦਗੀ ਇੱਕ ਰਾਤ ਹੈ, ਇਹਦਾ ਦੂਜਾ ਪਹਿਰ ਲੰਘ ਗਿਆ, ਲੇਕਿਨ ਰੱਬ ਦੇ ਨਾਲੋਂ ਧਿਆਨ ਵਿਸਰਿਆ ਹੋਇਆ ਹੈ। ਪਾਤਸ਼ਾਹ ਜੀ ਕਹਿੰਦੇ ਤੀਜਾ ਪਹਿਰ ਜ਼ਿੰਦਗੀ ਰੂਪ ਰਾਤ ਦਾ ਆਇਆ। ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਨ ਜੋ ਬਨਸਿਓ ਚਿੱਤ। ਹਰ ਕਾ ਨਾਮ ਨ ਚੇਤਹਿ ਵਣਜਾਰਿਆ ਮਿੱਤਰਾ, ਬੱਧਾ ਛੁਟ ਹੈ ਜਿੱਤ। ਜਿਹੜੇ ਤੂੰ ਇਹ ਬੰਦਿਆ ਗੁਨਾਹ ਕੀਤੇ, ਉਹਨਾਂ ਦਾ ਸਦਕਾ ਜਦ ਤੂੰ ਵੱਜ ਜਾਣਾ ਧਰਮਰਾਜ ਦੇ ਕੋਲ, ਤੇ ਜਿਸ ਜਪੇ ਹੋਏ ਨਾਮ ਦਾ ਸਦਕਾ ਤੂੰ ਛੁੱਟ ਸਕਦਾ ਹੈ, ਪਾਤਸ਼ਾਹ ਕਹਿੰਦੇ ਉਹ ਤੂੰ ਜਪਦਾ ਹੀ ਨਹੀਂ ਹੈ। ਹਰ ਕਾ ਨਾਮ ਨ ਚੇਤੈ ਪ੍ਰਾਣੀ, ਬਿਕਲ ਭਇਆ ਸੰਗ ਮਾਇਆ। ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ। ਧਰਮ ਸੇਤੀ ਵਪਾਰ ਨ ਕੀਤੋ, ਕਰਮ ਨ ਕੀਤੋ ਮਿੱਤ। ਪਾਤਸ਼ਾਹ ਕਹਿੰਦੇ ਧਰਮ ਦਾ ਵਪਾਰ ਨਹੀਂ ਕੀਤਾ, ਧਰਮ ਦਾ ਵਪਾਰ ਤੇ ਸਮਝਣਾ ਬੜਾ ਔਖਾ। ਕੋਈ ਸੋਚੇਗਾ ਵੀ ਧਰਮ ਦਾ ਵਪਾਰ ਵੀ ਜਾਂ ਧਰਮ ਨਾਲ ਸੰਬੰਧਿਤ ਜਿਹੜਾ ਸਮਾਨ ਹੈ, ਮਤਲਬ ਵੀ ਉਹ ਲਿਆ ਕੇ ਵੇਚਣਾ ਤੇ ਖਰੀਦਣਾ, ਜਾਂ ਧਰਮ ਦੇ ਸੰਸਾਰ ਵਿੱਚ ਜਿਹੜੇ ਧਰਮ ਚੱਲ ਰਹੇ ਉਹਦੇ ਵਿੱਚ ਦਖਲ ਅੰਦਾਜ਼ੀ ਲੈ ਕੇ ਬਿਆਨ ਦੇਣੇ ਦਾਣੇ ਆ, ਉਹ ਆ ਨਹੀਂ। ਇਹ ਵੀ ਸੰਤਾਂ ਸਾਧੂਆਂ ਕੋਲੋਂ ਹੀ ਪਤਾ ਲੱਗਦਾ, ਜਦੋਂ ਸਾਡੇ ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਨੇ, ਦਮਦਮੇ ਟਕਸਾਲ ਦਿਆਂ ਮਹਾਂਪੁਰਖਾਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਜੁਗਤੀਆਂ ਦਸੀਆਂ ਵੀ ਗੁਰੂ ਦਿਆ ਸਿੱਖਾ, ਜਦੋਂ ਤੈਨੂੰ ਕੋਈ ਪ੍ਰਸ਼ਾਦਾ ਛਕਾਉਂਦਾ ਬੜੇ ਅਦਬ ਭਾਵਨਾ ਤੇ ਸਤਿਕਾਰ ਦੇ ਨਾਲ, ਤੇ ਉਹਦੇ ਵੰਡੇ ਦਾ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਈ, ਕਿਉਂਕਿ ਤੇਰਾ ਆਪਣਾ ਜਪਿਆ ਨਿਤਨੇਮ ਜਿਹੜਾ ਉਹਦੇ ਚੋਂ ਉਹਨੂੰ ਮਿਲਣਾ ਹੈ, ਤੇ ਉਹਦੇ ਵੰਡੇ ਦਾ ਤੂੰ ਵੈਸੇ ਹੀ ਵੱਖਰਾ ਕਰ ਲੈ, ਤੇਰਾ ਪੂਰੇ ਦਾ ਪੂਰਾ ਉਹਨਾਂ ਜਿਹੜਾ ਉਹ ਪੂਰਾ ਰਹਿ ਜਾਏਗਾ। ਇਹ ਹੈ ਧਰਮ ਦਾ ਵਪਾਰ, ਜਿਹੜਾ ਜਪੀ ਹੋਈ ਬਾਣੀ ਤੇ ਕੀਤੀ ਹੋਈ ਭਗਤੀ ਦੇ ਵਿੱਚੋਂ ਮਹਾਤਮ ਖਿੱਚਣ ਦੀ ਕੋਸ਼ਿਸ਼ ਕਰਨੀ ਹੈ। ਕਈ ਬਾਹਰਲੇ ਲੋਕ ਕਹਿ ਦਿੰਦੇ ਵੀ ਆ ਜਿਹੜੇ ਬਾਬੇ ਪਤਾ ਨਹੀਂ ਕੀ ਕਾਰਨ, ਐਵੇਂ ਹੀ ਹੱਥ ਜੇ ਇੱਕ ਦੂਜੇ ਅੱਗੇ ਜੋੜੀ ਜਾਣਗੇ, ਐਵੇਂ ਹੀ ਮਹਾਰਾਜ ਜੀ, ਐਵੇਂ ਹੀ ਗੁਰਮੁਖ ਪਿਆਰਿਓ ਇਦਾਂ ਜੇ ਬੋਲੀ ਜਾਣਗੇ, ਸਭ ਪਖੰਡ ਹੈ। ਉਹਨਾਂ ਨੂੰ ਪਤਾ ਨਹੀਂ ਹੈ ਭਈ ਅਸਲ ਵਿੱਚ ਜਿੱਦਾਂ ਸਾਰਾ ਦਿਨ ਬੰਦਾ ਆ 10 ਰੁਪਏ ਇੱਧਰੋਂ ਬਚ ਜਾਣ, 50 ਇੱਧਰੋਂ ਬਚ ਜਾਣ, 100 ਇੱਧਰੋਂ ਬਚ ਜਾਏ, ਸਾਰਾ ਦਿਨ ਹਰ ਬੰਦਾ ਜਿਹੜਾ ਉਹ ਖਿਆਲ ਰੱਖਦਾ ਹੈ ਭਈ ਉਹਨਾਂ ਪੈਸਿਆਂ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕਰਦਾ ਹੀ ਰਹਿੰਦਾ ਹੈ। ਉਹਨਾਂ ਪੈਸਿਆਂ ਨੂੰ ਬਚਾਉਣ ਦੇ ਲਈ ਕਿੰਨਿਆਂ ਲੋਕਾਂ ਦੇ ਅੱਗੇ ਹੱਥ ਵੀ ਜੋੜ ਦਿੰਦਾ ਇਨਸਾਨ, ਕਈ ਵਾਰੀ ਕਿੰਨਾ ਆਪਣੇ ਲੈਵਲ ਤੋਂ ਨੀਵਾਂ ਵੀ ਹੋ ਜਾਂਦਾ, ਉੱਚਾ ਵੀ ਹੋ ਜਾਂਦਾ ਹੈ। ਤੇ ਉਹਨੂੰ ਪਤਾ ਨਹੀਂ ਵੀ ਇਹ ਜਿਹੜੇ ਗੁਰਮੁਖ ਪਿਆਰੇ ਧਰਮ ਦਾ ਵਪਾਰ ਕਰ ਰਹੇ ਹੁੰਦੇ ਆ, ਇਹਨਾਂ ਨੂੰ ਪਤਾ ਹੁੰਦਾ ਹੈ ਵੀ ਜਿੰਨੇ ਵੀ ਪੰਜਾਂ ਕਕਾਰਾਂ ਨੂੰ ਧਾਰਿਆ ਹੈ, 5 ਬਾਣੀਆਂ ਪੜ੍ਹਦਾ ਹੈ, ਅੰਮ੍ਰਿਤ ਧਾਰੀ ਗੁਰਸਿੱਖ ਹੈ, ਕੁਝ ਨਾ ਕੁਝ ਇਹਦੇ ਕੋਲ ਜ਼ਰੂਰ ਹੈਗਾ ਹੈ। ਤੇ ਇਹਦੇ ਅੱਗੇ ਹੱਥ ਜੋੜੋ, ਇਹਦੇ ਅੱਗੇ ਨਿਮਰਤਾ ਵਿਖਾਓ, ਇਹਦੇ ਦਿਲ ਨੂੰ ਜੇ ਦਿਲ ਚੋਂ ਅਸੀਸ ਮਿਲ ਗਈ ਜਾਂ ਇਹਦੀ ਸੇਵਾ ਕਰਨ ਦਾ ਮੌਕਾ ਮਿਲ ਪਿਆ ਤੇ ਕੁਝ ਨਾ ਕੁਝ ਮਿਲ ਹੀ ਜਾਏਗਾ। ਭਾਵੇਂ ਇਹਦੇ ਪਾਠ ਵਿੱਚੋਂ ਇੱਕ ਚੌਪਈ ਸਾਹਿਬ ਦਾ ਹੀ ਪਾਠ ਸਾਨੂੰ ਮਿਲ ਜਾਏ, 5 ਰੁਪਏ ਬਚ ਜਾਣ ਤੇ ਵਪਾਰੀ ਉਹਨੇ 'ਚ ਵੀ ਖੁਸ਼ੀ ਮਹਿਸੂਸ ਕਰਦਾ, ਜੇ 100 ਬਚ ਜਾਏ ਤਾਂ ਵੀ ਮਹਿਸੂਸ ਕਰਦਾ, ਜੇ ਕਿਤੇ ਵੱਡੀਆਂ ਗੇਮਾਂ ਲੱਗ ਜਾਣ ਫਿਰ ਬਹੁਤਾ ਖੁਸ਼ ਹੁੰਦਾ ਇਨਸਾਨ। ਤੇ ਇਹੀ ਕਾਰਨ ਕਿ ਗੁਰਮੁਖਾਂ ਨੂੰ ਪਤਾ ਹੁੰਦਾ ਵੀ ਸਾਨੂੰ ਲੱਭਣਾ ਕਿੱਥੋਂ ਆ ਕੁਛ, ਤੇ ਲੱਭਣਾ ਵੀ ਫਿਰ ਗੁਰਮੁਖਾਂ ਦੇ ਕੋਲੋਂ ਹੀ ਹੁੰਦਾ। ਇਹੀ ਕਾਰਨ ਹੈ ਵੀ ਗੁਰਮੁਖ ਇੱਕ ਦੂਜੇ ਦੇ ਅੱਗੇ ਹੱਥ ਹੀ ਜੋੜਦੇ ਰਹਿੰਦੇ ਆ। ਇਦਾਂ ਵੀ ਦਾਲ ਆਉਂਦੇ ਆ ਵੀ ਜੇ ਇਹਦੇ ਚਰਨੀ ਹੱਥ ਲੱਗ ਜਾਏ, ਗੋਡੀ ਹੱਥ ਲੱਗ ਜਾਏ, ਫਿਰ ਵੀ ਜਿੱਥੇ ਕੁਛ ਹੈਗਾ ਸਾਧ ਸੰਗਤ ਜੀ ਉੱਥੋਂ ਤੇ ਮਿਲ ਹੀ ਜਾਣਾ ਹੁੰਦਾ ਹੈ, ਤੇ ਜਿੱਥੇ ਹੈ ਹੀ ਖਜ਼ਾਨਾ ਖਾਲੀ ਹੈ ਉੱਥੇ ਤਾਂ ਹੀ ਕਿਹਾ ਜਾਂਦਾ ਵੀ ਕੀ ਫਾਇਦਾ ਲਾਉਣ ਦਾ ਗੋਡੀ ਹੱਥ ਕਾਹਦੇ ਵਾਸਤੇ। ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰਪਤ ਤਿਨ ਛੋਡੋਂ ਤਿਆਗ। ਬਾਣੀ ਨੇ ਫੈਸਲਾ ਹੀ ਕਰ ਦਿੱਤਾ। ਪਾਤਸ਼ਾਹ ਕਹਿੰਦੇ ਐਵੇਂ ਕਿਵੇਂ ਨਾ ਸਮਝ ਲਿਓ, ਜਿਹੜਾ ਗੁਰਸਿੱਖਾਂ ਦਾ ਸਤਿਕਾਰ ਕੀਤਾ ਜਾਂਦਾ, ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ, ਉਹਨਾਂ ਨੂੰ ਦੇ ਅੱਗੇ ਹੱਥ ਜੋੜੇ ਜਾਂਦੇ ਹੈ। ਪਾਤਸ਼ਾਹ ਕਹਿੰਦੇ ਜਿਹੜੇ ਅਸਲੀ ਸੰਤ ਜਨ ਨੇ ਬ੍ਰਹਮ ਗਿਆਨੀ, ਸ਼ੋਹਰਾ, ਸ਼ੋਹਰਾ ਹਿੰਦੀ ਦਾ ਲਫ਼ਜ਼ ਹੈ ਤੇ ਇਹਦਾ ਮਤਲਬ ਹੈ ਵੀ ਨਿੱਕਾ ਜਿਹਾ ਬਾਲਕ, ਉਹਨਾਂ ਦਾ ਕੋਈ ਛੋਟਾ ਜਿਹਾ ਸ਼ੋਹਰਾ, ਛੋਟਾ ਜਿਹਾ ਬੱਚਾ ਹੋਵੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ ਚਰਨੀ ਹੱਥ ਲਾਉਣ ਦੀ ਕੋਸ਼ਿਸ਼ ਕਰੋ। ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ। ਪਾਤਸ਼ਾਹ ਕਹਿੰਦੇ ਉੱਥੋਂ ਵੀ ਲੱਭ ਜਾਣਾ ਕੁਛ, ਕਿਉਂਕਿ ਉਹ ਬ੍ਰਹਮ ਗਿਆਨੀਆਂ ਸੰਤਾਂ ਦਾ ਸੇਵਕ ਹੈ, ਉਹਨਾਂ ਦਾ ਭੁਜੰਗੀ ਹੈ, ਉਹਨਾਂ ਦਾ ਆਸ਼ਰਮ ਦਾ ਉਹਨਾਂ ਦੇ ਵਿਦਿਆਲੇ ਦਾ ਵਿਦਿਆਰਥੀ ਹੈ। ਤੇ ਪਾਤਸ਼ਾਹ ਕਹਿੰਦੇ ਮਾਇਆ ਧਾਰੀ ਛਤਰਪਤ ਤਿਨ ਛੋਡੋਂ ਤਿਆਗ। ਜੇ ਕੋਈ ਛਤਰ ਸਿਰ ਤੇ ਝੁੱਲਦਾ ਤੇ ਮਾਇਆ ਦੇ ਨਾਲ ਬਹੁਤ ਜ਼ਿਆਦਾ ਲਬਾਲਬ ਭਰਿਆ, ਤੇ ਪਾਤਸ਼ਾਹ ਕਹਿੰਦੇ ਉਹਨੂੰ ਤਿਆਗ ਦਿਓ, ਛੱਡ ਦਿਓ, ਉੱਥੋਂ ਬਾਹਰਲੀ ਮਾਇਆ ਤੇ ਲੱਭ ਜਾਏਗੀ, ਲੇਕਿਨ ਇਹ ਅੰਦਰਲੀ ਦਾਤ ਨਹੀਂ ਮਿਲੇਗੀ। ਅੰਦਰਲੀ ਸ਼ਾਹਜਹਾਨ ਉਹ ਘਾਈ ਸਿੱਖ ਨੂੰ ਕਹਿੰਦਾ ਸੀ ਨਾ ਵੀ ਟਕਾ ਨਾ ਚੁੱਕ,
मैं भी आखिर भारत का बादशाह, तेनों किलो 2 किलो सोना दे देना, किलो 2 किलो चांदी दे देना, जे तू भुल भुलेखे नाल भी मेरे कैंप दे विच आ गया तो तैनूं माला माल करके घलावांगा। वो कहंदा नहीं नहीं, मैं तो श्री हरगोबिंद साहिब जी दे दर्शन करने। अपना टका चुकिया ते छेवें पातशाह दे चरणां 'च जाके जदों रखिया, छेवें पातशाह ने इन्नियां असीसां दित्तियां ते फिर ਉਹ ਸ਼ਾਹਜਹਾਨ ने भेस बदल के पिछे जाके सुनिया सी सारा कुछ। कहता महाराज चढ़ाया तो एक टका ते इन्नियां असीसां दे दित्तियां दा लोक भी सवार दिता, परलोक भी सवार दिता, इहदियां 21 कुलां ही तुसीं आख दित्तियां सचखंड नूं जाणगियां। महाराज पातशाह कहंदे गुरु दा घर, गुरु नानक साहिब दा घर, इत्थे मन दा मुੱਲ पैंदा है, बाहरले पैसे दा थोड़ा मुੱਲ पैंदा है। पातशाह कहते एक दिन की कमाई तो उन्हें चढ़ा दी सारी, टका ही ये वटदा सी घाह खोद के वेच के, एक दिन की कमाई चढ़ा दी, होर किन्ना कि सानू देई जावे। इन्हें मन सानू सौंपिया होया, तन मन धन सब सौंप गुर को हुक्म मन्निया पाईए। ते ये कारण है साध संगत जी भी गुरमुख प्यारे, गुरमुख प्यारियां दे अगे तां झुकदे ते तां सेवा दा मौका जिहड़ा वो भालदे आ ते एक दूजे को मौका खोंदे आ। महाराज तां पातशाह कहंदे भी तीजा पहर जदों चल रहा हुंदा उदों धर्म दा वपार करना है, ते जे बंदिया तूं कीता ही नहीं ते पातशाह कहंदे धर्म सेती व्यापार न कीतो, कर्म न कीतो मित, कहो नानक प्राणी तीजे पहरे धन जो बनस्यों चित। महाराज कहंदे हुण मगरला पहर आ गया चौथा, चौथे पहरे रैण के वन जा रहा मित्रा, लावी आया खेत। कणकां जदों वड्डणियां हुंदियां, पंजाब की ठेठ भाषा के बड़े बचन महाराज ने गुरबाणी च वरते आ भी लावियां नूं आ खाईए, लावियां नूं आ खाईए, कणकां वड्डणियां। मारे कहंदे खेती है रब दी, ते हुण वड्डण ते आ गई है जदों चौथा पहर आ गया है। पातशाह कहंदे चौथे पहरे रैण के वन जा रहा मित्रा, लावी आया खेत, जाजम पकड़ चलाया वन जा रहा मित्रा, किसे न मिलिया भेत, भेत चेत हर किसे न मिलिया, जाजम पकड़ चलाया, झूठा रुदन हुआ दो आलै, खिन मह भया पराया, साई वसत प्राप्त होई जिस स्यों लाया हेत। इत्थे महाराज ने फिर निर्णय कर दिता, जिहड़ा शब्द वो है ना भगत त्रिलोचन जी का भी अरी बाई गोबिंद नाम मत बीसर है, जिहदे च आउंदा ना भी जिथे जिथे ध्यान जुड़ गया चढ़ाई करन लग्या वो चीज़ मिल जाती है। इधर भी गुरु नानक साहब का शब्द है, पातशाह कहंदे हुण चढ़ाई करन लग्या साई वसत प्राप्त होई जिस स्यों लाया हेत, कहो नानक प्राणी चौथे पहरे लावी लुणिया खेत। चौथा पहर भी पातशाह कहंदे लंघ गया, तो जिवें पातशाह कहंदे एक रात लंघ जाती है, इवें ही जिंदगी जिहड़ी है इंसान की इदां लंघ जाती है। महाराज ने कई थावां दे उत्ते कई मजबून बनाए है, कई नक्शे महाराज ने खिंचे है भी इंसान की जिंदगी, क्योंकि इंसानां नूं ही समझाउणा महाराज जी ने, ते बाकी जीवां नूं ते महाराज ने उदां ही दया दृष्टि कर करके तार दिता, घोड़ियां नूं तार दिता, पंछियां नूं तार दिता, पत्थरां नूं तार दिता, ते ये बाकी सारे आखे भी छेती लग जाते, इंसान छेती आखे नहीं सी लगदा। इंसान नूं समझाउण लई महाराज जी ने 10 जामे धारे आ, 10 जामे, ते इन्ना वड्डा ज्ञान दा समुंदर सतगुरु गुरु ग्रंथ साहिब जी के रूप में जोत टिका के ते साडी अगवाई करने वास्ते महाराज पातशाह ने सानू बख्शिश कीता है। ते महाराज ने फिर ये जिंदगी के नक्शे खिंचने ही सी। पातशाह कहंदे 12 बरस बालपन बीते, ऐ बंदिया तेरे 12 साल ते नियाणपुणे च ही लंघ गए, तेरा भी अपना भी इस सुभाਅ रहा ते तेरा दावा भी रहा भी मैं ते उदों नियाणा सी। पातशाह कहंदे 20 बरस कश तप ना कीओ, उतों 12 सालों तो अगले जिहड़े 20 सीगे, पातशाह जी कहंदे वो तप करन वांग तू नाम जप सकदा सी, जे भुख लगी है तो लगी रह जाए कोई गल नहीं, भावें पाठ करी जावे, जे प्यास लगी है तो लंघ गया घंटा तो कोई परवाह नहीं। 12 दे विच 20 जमा करके देखो 32 साल तक बंदा जिहड़ा ऐ जवानी दे विच हुंदा है। पातशाह कहंदे वो 20 साल जिहड़े वो तप करन दे हुंदे है, तप करन दे घट भी नींद लई गई तो कोई परवाह नहीं, जे किते प्रेम लगा है भी नितनेम करना, सारी रात जागदा भी रहा, सौण लगा तो कहंदा मैं नितनेम करके ही सौना है। पातशाह जी कहंदे वो तप करन दा समा हुंदा, ते जिस बंदे ने वो 20 साल पातशाह कहंदे लंघा ले नहीं, जिहड़े वो भी लंघ गए। फिर पातशाह जी कहंदे 30 बरस कश देव ना पूजा, उस तो अगले 30 साल मारे कहंदे वो भी भगती करनी है, पर वो पूजा करन वांग शरीर का ख्याल रख के, शरीर के तत्ते ठंडे का ख्याल रख के, ठंड गर्मी का ख्याल रख के फिर सहज अवस्था के नाल सतगुरां नूं मन्निया जा सकदा। ते पातशाह जी कहंदे जे वो भी लंघा दित्ती
ਦੇਵ ਨਾ ਪੂਜਾ ਦਾ ਅਰਥ ਹੈ ਸਾਡਾ ਇਸ਼ਟ ਦੇਵ। ਜਿਹੜੇ ਜਿਹੜੇ ਧਰਮ ਨੂੰ ਆਪਾਂ ਮੰਨਦੇ ਹੋਈਏ, ਆਪਣੇ ਸਤਿਗੁਰੂ ਜੀ ਦੀ ਜੇ ਪੂਜਾ ਨਾ ਕਰ ਸਕਿਆ, ਹੁਣ 32 ਦੇ ਵਿੱਚ 30 ਜਮ੍ਹਾਂ ਕਰ ਲਓ ਤੇ 62 ਸਾਲ ਹੋ ਗਏ, ਤੇ ਪਾਤਸ਼ਾਹ ਕਹਿੰਦੇ 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ। ਪਾਤਸ਼ਾਹ ਜੀ ਕਹਿੰਦੇ ਮੇਰੀ ਮੇਰੀ ਕਰਦਿਆਂ ਹੀ 62 ਸਾਲ ਇਦਾਂ ਲੰਘ ਜਾਂਦੇ, ਤੇ ਉਦੋਂ ਬੁਢਾਪਾ ਤੇ ਬਿਰਧ ਅਵਸਥਾ ਜਿਹੜੀ ਉਹ ਆ ਜਾਂਦੀ ਹੈ। ਇੱਧਰ ਇਸ ਸ਼ਬਦ ਵਿੱਚ ਮਹਾਰਾਜ ਨੇ 62 ਸਾਲ ਤੇ ਬੁਢਾਪਾ ਦੱਸਿਆ, ਤੇ ਉਧਰ ਦੂਸਰੇ ਸ਼ਬਦ ਵਿੱਚ 60 ਸਾਲ ਤੇ ਬੁਢਾਪਾ ਦੱਸਿਆ। ਪਾਤਸ਼ਾਹ ਕਹਿੰਦੇ 10 ਬਾਲ ਤਨ 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ, 85 ਪੱਗ ਖਿਸੈ, 60 ਕੇ ਬੁਢੇਪਾ ਆਵੈ। ਉੱਥੇ 60 ਦੇ ਉੱਤੇ ਬੁਢੇਪਾ ਦੱਸ ਦਿੱਤਾ, ਉਧਰ 62 ਸਾਲ ਵਿੱਚ ਦੱਸ ਦਿੱਤਾ। ਭਾਵ ਇਹਦੇ ਲਾਗੇ ਛਾਗੇ ਜੇ ਮਹਾਰਾਜ ਨੇ ਕਹਿ ਦਿੱਤਾ ਵੀ ਬੰਦਿਆ ਮੰਨ ਲਿਆ ਕਰ ਵੀ ਤੂੰ ਬੁੱਢਾ ਹੋ ਗਿਆ, ਇਹ ਸਮਝ ਲੈ ਕੇ ਤੂੰ ਬਜ਼ੁਰਗ ਹੋ ਗਿਆ। ਪਾਤਸ਼ਾਹ ਜੀ ਕਹਿੰਦੇ 60 ਕੇ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, 90 ਕਾ ਸਿਹਜਾ ਸਣੀ। ਜੇ 90 ਸਾਲ ਤੱਕ ਪਹੁੰਚਦਾ ਤੇ ਪਾਤਸ਼ਾਹ ਕਹਿੰਦੇ ਸਿਹਜਾ ਦੇ ਉੱਤੇ ਰਹਿੰਦਾ, ਮੰਜੇ ਤੇ ਰਹਿੰਦਾ ਬਹੁਤਾ ਟਾਈਮ। 90 ਕਾ ਸਿਹਜਾ ਸਣੀ, ਮੂਲ ਨਾ ਜਾਣੈ, ਅਪ ਬਲ ਢੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗਤ ਧੂਏ ਕਾ ਧੌਲ ਹਰ। ਪਾਤਸ਼ਾਹ ਕਹਿੰਦੇ ਧੂਏ ਦਾ ਬੱਦਲ ਬਣਿਆ ਹੋਵੇ, ਸ਼ਾਮ ਪ੍ਰਤੀਤ ਹੁੰਦੀ ਹੈ, ਥੋੜੀ ਦੇਰ ਬਾਅਦ ਉਹ ਨਹੀਂ ਰਹਿੰਦਾ। ਪਾਤਸ਼ਾਹ ਕਹਿੰਦੇ ਜ਼ਿੰਦਗੀ ਵੀ ਐਵੇਂ ਹੀ ਹੈ। ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਜ਼ਿੰਦਗੀ ਦੇ ਨਕਸ਼ੇ ਖਿੱਚ ਖਿੱਚ ਕੇ ਇਨਸਾਨ ਨੂੰ ਸਾਵਧਾਨ ਕੀਤਾ ਹੈ ਕਿ ਇਨਸਾਨ ਜਿਤਨਾ ਸਮਾਂ ਤੇਰੇ ਪਾਸ ਹੈ, ਇੰਨਾ ਸਮਾਂ ਤੂੰ ਰੱਬ ਦੀ ਬੰਦਗੀ ਕਰ, ਕਥਾ ਕੀਰਤਨ ਸੁਣ ਕਰ, ਅਤੇ ਬਾਅਦ ਵਿੱਚ ਜਿਹੜਾ ਬਚਦਾ ਸਮਾਂ ਉਹਦੇ 'ਚ ਆਪਣੀ ਹੱਕ ਸੱਚ ਦੀ ਧਰਮ ਦੀ ਜਿਹੜੀ ਕਿਰਤ ਕਰ, ਉਹਦੇ ਵਿੱਚੋਂ ਦਸਵੰਧ ਕੱਢ। ਤੇ ਪਾਤਸ਼ਾਹ ਜੀ ਕਹਿੰਦੇ ਐਦਾਂ ਹੀ ਜ਼ਿੰਦਗੀ ਸਫਲ ਹੋ ਜਾਣੀ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੈ ਹੋਵੇ ਮੁਕਤ। ਪਾਤਸ਼ਾਹ ਕਹਿੰਦੇ ਜ਼ਿੰਦਗੀ ਚੱਲਦਿਆਂ ਚੱਲਦਿਆਂ ਹੀ, ਸਾਰਾ ਕੁਝ ਕਰਦਿਆਂ, ਬੱਚੇ ਪਾਲਦਿਆਂ, ਘਰ ਬਣਾਉਂਦਿਆਂ, ਚੱਲਦਿਆਂ ਚੱਲਦਿਆਂ ਹੀ ਪਾਤਸ਼ਾਹ ਕਹਿੰਦੇ ਵਿੱਚ ਹੀ ਮੁਕਤੀ ਵੀ ਜਿਹੜੀ ਹੈ ਉਹ ਮਿਲ ਜਾਂਦੀ ਹੈ। ਸਾਡੇ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਪੰਥ ਸਾਜਿਆ ਹੈ। ਸੋ ਸਾਧ ਸੰਗਤ ਜੀ, ਬੇਅੰਤ ਸਮਾਂ ਹੋਇਆ, ਆਪ ਸੰਗਤਾਂ ਨੇ ਬੜੀ ਭਾਵਨਾ ਨਾਲ, ਬੜੀ ਸ਼ਰਧਾ ਰੱਖ ਕੇ ਸਾਰੇ ਬੁਲਾਰਿਆਂ ਨੂੰ ਸੁਣਿਆ ਹੈ, ਤੇ ਹੁਣ ਸਮਾਂ ਬੇਅੰਤ ਹੋ ਗਿਆ, ਹੁਣ ਸਮਾਪਤੀ ਹੈ। ਛੋਟਾ ਅਰਦਾਸਾ ਹੋਣਾ ਹੈ, ਫਿਰ ਦੇਗਾਂ ਵਰਤਣਗੀਆਂ। ਦਾਸ ਇੱਥੇ ਹੀ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।